ਡੀਅਰ ਸਟੂਡੈਂਟਸ, ਅੱਜ ਆਪਾਂ ਥਰਡ ਚੈਪਟਰ ਦਾ ਅੱਗੇ ਚੈਪਟਰ ਜਿਹੜਾ ਮੈਟਲਸ ਐਂਡ ਅਲੋਇਜ਼ ਦਾ ਅੱਗੇ ਟੌਪਿਕ ਕਰਨ ਲੱਗੇ ਆ ਸਟੀਲ ਮੇਕਿੰਗ ਪ੍ਰੋਸੈਸ। ਕੱਲ੍ਹ ਆਪਾਂ ਜਿਹੜਾ ਕੀਤਾ ਸੀਗਾ ਆਇਰਨ ਮੈਥਡਸ ਕੀਤਾ ਸੀਗਾ, ਜਿਹੜੇ ਆਪਾਂ ਫਰਨਸ ਯੂਜ਼ ਕਰਕੇ ਆਇਰਨ ਪ੍ਰੋਡਕਸ਼ਨ ਮੈਥਡਸ ਕੀਤੇ ਸੀ। ਅੱਜ ਆਪਾਂ ਅੱਗੇ ਦੋ ਮੈਥਡ ਕਰਾਂਗੇ ਸਟੀਲ ਦੇ, ਕਿ ਪਿਗ ਆਇਰਨ ਨੂੰ ਸਟੀਲ ਦੇ ਵਿੱਚ ਕਿਸ ਤਰ੍ਹਾਂ ਕਨਵਰਟ ਕਰਨਾ। ਫਸਟ ਆਪਾਂ ਕਰ ਰਹੇ ਹਾਂ ਕਿ ਬੈਸਮਰ ਪ੍ਰੋਸੈਸ। ਦੇਖੋ ਇਹਦੇ ਵਿੱਚ ਕੀ ਹੈ, ਮੈਨੂਫੈਕਚਰਿੰਗ ਆਫ ਸਟੀਲ ਕੰਸਿਸਟ ਆਫ ਟੇਕਿੰਗ ਪਿਗ ਆਇਰਨ ਫਰੋਮ ਦਾ ਬਲਾਸਟ ਫਰਨੈਸ ਐਂਡ ਰਿਫਾਈਨਿੰਗ ਇਟ ਬਾਈ ਆਕਸੀਡੇਸ਼ਨ ਪ੍ਰੋਸੈਸ। ਬਟ ਬੈਸਮਰ ਪ੍ਰੋਸੈਸ ਦੇ ਵਿੱਚ ਆਪਾਂ ਬਲਾਸਟ ਫਰਨੈਸ ਤੋਂ ਜਿਹੜਾ ਚਾਰਜ ਹੈ ਮੋਲਟਨ ਸਟੇਟ ਦੇ ਵਿੱਚ ਆਪਾਂ ਪਿਗ ਆਇਰਨ ਨੂੰ ਲੈਣਾ। ਉਹਦੇ ਵਿੱਚ ਆਪਾਂ ਨੇ ਸਟੀਲ ਸਕ੍ਰੈਪ ਨੂੰ ਐਡ ਕਰਨਾ ਹੈ, ਕੋਕ ਨੂੰ ਐਡ ਕਰਨਾ ਅਤੇ ਲਾਈਮਸਟੋਨ ਨੂੰ ਐਡ ਕਰਨਾ। ਜਿਹੜਾ ਆਪਣੇ ਕੋਲੇ ਰਾ ਮਟੀਰੀਅਲ ਆਪਾਂ ਫਰਨਸ ਦੇ ਵਿੱਚ ਐਡ ਕਰਨਾ ਹੈ ਉਹ ਮੋਲਟਨ ਸਟੇਟ ਦੇ ਵਿੱਚ ਪਿਗ ਆਇਰਨ ਹੈ, ਅਤੇ ਉਹਦੇ ਵਿੱਚ ਸਟੀਲ ਸਕ੍ਰੈਪ, ਕੋਕ ਅਤੇ ਲਾਈਮਸਟੋਨ ਨੂੰ ਆਪਾਂ ਨੇ ਐਡ ਕੀਤਾ। ਅਤੇ ਆਕਸੀਡੇਸ਼ਨ ਪ੍ਰੋਸੈਸ ਆਪਾਂ ਉਹਦੇ ਵਿੱਚ ਏਅਰ ਸਪਲਾਈ ਕਰਾਂਗੇ। ਉਹਦੇ ਨਾਲ ਕੀ ਹੈ ਕਿ ਜਿਹੜੀਆਂ ਇੰਪਿਓਰਿਟੀਜ਼ ਨੇ ਉਹ ਗੈਸਸ ਦੇ ਰੂਪ ਦੇ ਵਿੱਚ ਬਾਹਰ ਚਲੀਆਂ ਜਾਣਗੀਆਂ। ਮੈਨੂਫੈਕਚਰਿੰਗ ਆਫ ਸਟੀਲ ਕੰਸਿਸਟ ਆਫ ਟੇਕਿੰਗ ਪਿਗ ਆਇਰਨ ਫਰੋਮ ਦਾ ਬਲਾਸਟ ਫਰਨੈਸ, ਆਪਾਂ ਨੇ ਮੋਲਟਨ ਸਟੇਟ ਦੇ ਵਿੱਚ ਲੈਣਾ ਹੈ, ਐਂਡ ਰਿਫਾਈਨਿੰਗ ਇਟ ਬਾਈ ਆਕਸੀਡੇਸ਼ਨ ਪ੍ਰੋਸੈਸ। Bessemer converter is a large shaped iron vessel having 3 meter diameter and 7 meter of height। ਇਹਦਾ diameter ਹੈ ਤੇ 7 ਮੀਟਰ ਇਹ ਲੰਬੀ ਹੁੰਦੀ ਹੈ। And air chamber is provided on the bottom of the converter। ਆਹ ਦੇਖੋ ਬੇਟੇ ਆਪਣੇ ਕੋਲ ਥੱਲੇ ਏਅਰ ਚੈਂਬਰ ਹੈ, ਇੱਥੋਂ ਆਪਾਂ ਇਹ ਇਨਲੈਟ ਹੈ, ਏਅਰ ਦਾ ਬਲਾਸਟ ਮਾਰਦੇ ਹਾਂ। ਏਅਰ ਹੈ ਜਿਹੜੀ ਇੱਥੋਂ ਚੈਨਲਸ ਦੇ ਰਾਹੀਂ ਉੱਪਰ ਜਾਂਦੀ ਹੈ। ਆਪਾਂ ਮਟੀਰੀਅਲ ਉੱਤੋਂ ਫੀਡ ਕਰਦੇ ਹਾਂ, ਮੋਲਟਨ ਸਟੇਟ ਦੇ ਵਿੱਚ ਮਟੀਰੀਅਲ ਨੂੰ ਫੀਡ ਕਰਦੇ ਹਾਂ। ਅਤੇ ਆਪਣੇ ਕੋਲੇ ਰੀਫਰੈਕਟਰੀ ਬ੍ਰਿਕਸ ਨੇ, ਇਹ ਵੈਸਲ ਹੈ, ਬਾਹਰ ਇਹਦੇ ਸਟੀਲ ਦੀ ਸ਼ੀਟ ਹੈ। ਆਪਣੇ ਕੋਲੇ ਪੀਅਰ ਸ਼ੇਪ ਸਟੀਲ ਵੈਸਲ ਹੈ, ਇਹ ਐਕਸਸ ਹੈ। ਇਹ ਆਪਣੇ ਕੋਲੇ ਮੋਲਟਨ ਸਲੈਗ ਹੈ। ਇਹ ਜਿਹੜਾ ਆਪਣੇ ਕੋਲੇ ਸੈਂਟਰਲ ਐਕਸਸ ਦੇ ਉੱਤੇ ਜਿਹੜੀ ਇਹ ਫਰਨੈਸ ਹੈ, ਆਹ ਜਿਹੜਾ ਆਪਣੇ ਕੋਲੇ ਐਕਸਸ ਹੈ, ਇਹਦੇ ਉੱਪਰ ਇਹ ਫਰਨੈਸ ਰੋਟੇਟ ਕਰ ਸਕਦੀ ਹੈ, ਇਹਨੂੰ ਆਪਾਂ ਘੁਮਾ ਸਕਦੇ ਹਾਂ। ਦੇਖੋ ਜਦੋਂ ਆਪਾਂ ਨੇ ਇਹਦੇ ਵਿੱਚ ਚਾਰਜ ਨੂੰ ਫਿਲ ਕਰਨਾ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਟਿਲਟ ਕੀਤਾ, ਇਹਦੇ ਵਿੱਚ ਮਟੀਰੀਅਲ ਨੂੰ ਆਪਾਂ ਨੇ ਫੀਡ ਕਰਤਾ। ਫੀਡ ਕਰਨ ਤੋਂ ਬਾਅਦ ਆਪਾਂ ਨੇ ਫਿਰ ਇਹਨੂੰ ਬਿਲਕੁਲ ਸਿੱਧਾ ਕਰਤਾ, ਇਹਦੇ ਵਿੱਚ ਆਪਾਂ ਨੇ ਏਅਰ ਦਾ ਬਲਾਸਟ ਮਾਰਿਆ। ਇਸ ਤੋਂ ਬਾਅਦ ਜਦੋਂ ਸਾਰਾ ਮਟੀਰੀਅਲ ਮੋਲਟਨ ਸਟੇਟ ਦੇ ਵਿੱਚ ਚਲਾ ਜਾਂਦਾ, ਆਪਾਂ ਨੇ ਰਾ ਮਟੀਰੀਅਲ ਨੂੰ ਜਿਹੜੀ ਆਪਾਂ ਨੇ ਸਟੀਲ ਹੈ ਉਹਨੂੰ ਕਰੂਸੀਬਲਸ ਦੇ ਵਿੱਚ ਪੋਰ ਕਰਨਾ ਹੈ। ਤਾਂ ਫਿਰ ਇਹਨੂੰ ਆਪਾਂ ਇਹਦੇ ਐਕਸਸ ਦੇ ਅਗੇਂਸਟ ਇਹਨੂੰ ਰੋਟੇਟ ਕਰਦੇ ਹਾਂ। ਰੋਟੇਟ ਕਰਕੇ ਇਹਨੂੰ ਟਿਲਟ ਕਰਕੇ ਇਹਦੇ ਵਿੱਚੋਂ ਸਟੀਲ ਨੂੰ ਰਿਮੂਵ ਕਰ ਲੈਂਦੇ ਹਾਂ, ਅਤੇ ਜਿਹੜੀ ਸਲੈਗ ਹੈ ਉਹਨੂੰ ਅਲੱਗ ਕਰ ਦਿੰਦੇ ਹਾਂ। ਏਅਰ ਕੈਨ ਬੀ ਬਲੋਨ ਇਨਸਾਈਡ ਦਾ ਵੈਸਲ। ਦਾ ਕਨਵਰਟਰ ਇਜ਼ ਸਪੋਰਟਡ ਔਨ ਸੈਂਟਰਲ ਐਕਸਸ। ਬੇਟੇ ਆਹ ਦੇਖੋ ਐਕਸਸ ਹੈ, ਇਹਦੇ ਉੱਤੇ ਆਪਾਂ ਇਸ ਐਕਸਸ ਦੇ ਉੱਤੇ ਇਸ ਫਰਨੈਸ ਨੂੰ ਸਪੋਰਟ ਕੀਤਾ ਹੈ। ਦਾ ਸਲੈਗ ਇਜ਼ ਰਿਮੂਵਡ ਐਂਡ ਸਟੀਲ ਇਜ਼ ਓਬਟੇਨਡ। ਸਟੀਲ ਪ੍ਰੋਡਿਊਸਡ ਇਜ਼ ਆਫ ਇਨਫੀਰੀਅਰ ਕੁਆਲਿਟੀ। ਬੇਟੇ ਜਿਹੜੀ ਸਟੀਲ ਹੈ ਉਹਦੀ ਕੁਆਲਿਟੀ ਬਹੁਤ ਹੀ ਵਧੀਆ ਨਹੀਂ ਹੁੰਦੀ ਇਹਦੇ ਵਿੱਚ, ਜਿਹੜੀ ਆਪਾਂ ਬੈਸਲ ਕਨਵਰਟਰ ਦੇ ਵਿੱਚ ਪ੍ਰੋਡਿਊਸ ਕਰਦੇ ਹਾਂ। ਦੇਖੋ ਹਰ ਇੱਕ, ਪਹਿਲਾਂ ਆਪਾਂ ਕਰੂਸੀਬਲ ਮੈਥਡ ਯੂਜ਼ ਕੀਤਾ ਸਟੀਲ ਪ੍ਰੋਡਕਸ਼ਨ ਦੇ ਲਈ, ਤੁਹਾਨੂੰ ਮੈਂ ਇੱਥੇ ਨਹੀਂ ਕਰਾ ਰਿਹਾ। ਹਰ ਇੱਕ ਜਿਹੜੀ ਚੀਜ਼ ਦੀ ਡਿਵੈਲਪਮੈਂਟ ਹੈ ਉਹ ਸਲੋ ਕਰਕੇ ਹੁੰਦੀ ਹੈ। ਸਾਇੰਟਿਸਟ ਸਲੋ ਕਰਕੇ ਕੁਆਲਿਟੀ ਨੂੰ ਇੰਪਰੂਵ ਕਰਦੇ ਨੇ, ਬੜਾ ਲੰਬਾ ਟਾਈਮ ਲੱਗਦਾ। ਦੇਖੋ ਜੇ ਆਪਾਂ ਏਅਰ ਦੀ ਥਾਂ ਦੇ ਉੱਤੇ ਜੇ ਇਕੱਲੀ ਆਕਸੀਜਨ ਭੇਜਾਂਗੇ ਤਾਂ ਕੰਬਸਸ਼ਨ ਹੋਰ ਜ਼ਿਆਦਾ ਕੰਪਲੀਟ ਹੋਏਗੀ। ਆਕਸੀਡੇਸ਼ਨ ਪ੍ਰੋਸੈਸ ਦੇ ਵਿੱਚ ਇੰਪਿਓਰਿਟੀਜ਼ ਜ਼ਿਆਦਾ ਰਿਮੂਵ ਹੋਣਗੀਆਂ ਅਤੇ ਸਟੀਲ ਦੀ ਕੁਆਲਿਟੀ ਇੰਪਰੂਵ ਕਰੇਗੀ। ਸਟੀਲ ਪ੍ਰੋਡਿਊਸਡ ਕੰਟੇਨਸ ਬਲੋ ਹੋਲਸ ਐਂਡ ਟ੍ਰੇਸਸ ਆਫ ਸਲੈਗ। ਉਹਦੇ ਵਿੱਚ ਬਲੋ ਹੋਲਸ ਹੋਣਗੇ ਅਤੇ ਟ੍ਰੇਸਸ ਆਫ ਸਲੈਗ। ਇਟ ਕਨਵਰਟਸ ਪਿਗ ਆਇਰਨ ਇਨਟੂ ਸਟੀਲ। ਤੁਹਾਡੇ ਬੈਸਮਰ ਕਨਵਰਟਰ ਪਹਿਲਾਂ ਦੱਸਿਆ ਤੁਹਾਨੂੰ ਮੈਂ ਕਿ ਜਦੋਂ ਆਪਾਂ ਇਹਨੂੰ ਪਿਗ ਆਇਰਨ ਨੂੰ ਬੈਸਮਰ ਪ੍ਰੋਸੈਸ ਦੇ ਵਿੱਚ ਭੇਜਾਂਗੇ, ਕਨਵਰਟਰ ਦੇ ਵਿੱਚ ਭੇਜਾਂਗੇ, ਤਾਂ ਉਹ ਕਨਵਰਟ ਕਰਦਾ ਕਾਰਨ ਸਟੀਲ ਦੇ ਵਿੱਚ। ਇੰਪਿਓਰਿਟੀਜ਼ ਔਰ ਅਲਾਇੰਗ ਐਲੀਮੈਂਟਸ ਆਰ ਐਡਡ ਟੂ ਇਨਕਰੀਜ਼ ਸਟਰੈਂਥ ਆਫ ਦਾ ਸਟੀਲ। ਕੱਲ੍ਹ ਮੈਂ ਤੁਹਾਨੂੰ ਟੌਪਿਕ ਦੱਸੀ ਕਿਹੜੇ ਆਪਾਂ ਇੰਪਿਓਰਿਟੀਜ਼ ਐਡ ਕਰ ਸਕਦੇ ਹਾਂ ਤਾਂ ਸਟੀਲ ਦੀ ਸਟਰੈਂਥ ਨੂੰ ਇਨਕਰੀਜ਼ ਕਰਨ ਦੇ ਲਈ। ਸਟੀਲ ਇਜ਼ ਐਨ ਅਲਾਈ ਆਫ ਆਇਰਨ ਐਂਡ ਕਾਰਬਨ।
ਜੇ ਆਪਾਂ ਆਇਰਨ ਦੇ ਵਿੱਚ 2% ਤੱਕ ਕਾਰਬਨ ਨੂੰ ਐਡ ਕਰਦੇ ਆ, ਆਪਾਂ ਉਹਨੂੰ ਸਟੀਲ ਕਹਿੰਦੇ ਆ। 2 ਤੋਂ ਉੱਪਰ 2% ਤੋਂ ਲੈ ਕੇ 6.67% ਤੱਕ ਆਪਾਂ ਉਹਨੂੰ ਕਹਿੰਦੇ ਆ ਕਾਸਟ ਆਇਰਨ। ਜਿਹੜਾ ਆਪਣੇ ਕੋਲੇ ਮੈਗਨੀਜ਼ ਹੈ ਪਲੱਸ ਆਕਸੀਜਨ ਹੈ, MnO, ਸਿਲੀਕਨ ਪਲੱਸ ਆਕਸੀਜਨ SiO2, MnO ਪਲੱਸ SiO2, MnSiO3, ਇਹਨੂੰ ਆਪਾਂ ਸਲੈਗ ਕਹਿੰਦੇ ਆ। ਇਹ ਇੱਥੇ ਜਿਹੜੀ ਆਪਣੇ ਕੋਲੇ ਬੈਸਮਰ ਪ੍ਰੋਸੈਸ ਹੈ ਉਹਦੀ ਵਰਕਿੰਗ ਦਿਖਾਈ ਹੈ ਕਿ ਕਿਸ ਤਰ੍ਹਾਂ ਆਪਾਂ ਉਹਨੂੰ ਟਿਲਟ ਕੀਤਾ। ਪਹਿਲਾਂ ਉਹਨੂੰ ਟਿਲਟ ਕੀਤਾ, ਇਹਦੇ 'ਚ ਮਟੀਰੀਅਲ ਨੂੰ ਚਾਰਜ ਕੀਤਾ, ਫਿਰ ਆਪਾਂ 에ਅਰ ਦਾ ਬਲਾਸਟ ਬਣਾਇਆ, ਬਲਾਸਟ ਇਹਦੇ ਵਿੱਚ ਭੇਜਿਆ, ਉਹਦੇ ਨਾਲ ਆਕਸੀਡੇਸ਼ਨ ਹੋਈ, ਇੰਪਿਓਰਿਟੀ ਸਾਰੀਆਂ ਗੈਸਸ ਦੇ ਵਿੱਚ ਸ਼ੇਪ ਦੇ ਵਿੱਚ ਬਾਹਰ ਚਲੇ ਗਈਆਂ। ਫਿਰ ਆਪਾਂ ਉਹਨੂੰ ਐਕਸਸ ਨੂੰ ਟਿਲਟ ਕੀਤਾ, ਉਹਦੇ ਵਿੱਚੋਂ ਸਲੈਗ ਨੂੰ ਅਲੱਗ ਕਰਤਾ ਤੇ ਜਿਹੜੀ ਸਟੀਲ ਹੈ ਉਹਨੂੰ ਆਪਾਂ ਨੇ ਅਲੱਗ ਕਰ ਲਿਆ। ਆਪਣੇ ਕੋਲ ਫਸਟ ਮੈਥਡ ਸੀਗਾ ਬੈਸਮਰ ਪ੍ਰੋਸੈਸ ਕਿ ਪਿਗ ਆਇਰਨ ਨੂੰ ਆਪਾਂ ਨੇ ਸਟੀਲ ਦੇ ਵਿੱਚ ਕਨਵਰਟ ਕਰਨਾ। ਇਹਦਾ ਬਸ ਇੱਕੋ ਹੀ ਡਰਾਬੈਕ ਸੀ ਕਿ ਇਹਦੇ ਵਿੱਚ ਜਿਹੜੇ ਸਟੀਲ ਹੈ ਉਹ ਇਨਫੀਰੀਅਰ ਕੁਆਲਿਟੀ ਦੀ ਪ੍ਰੋਡਿਊਸ ਹੁੰਦੀ ਹੈ ਤੇ ਉਹਦੇ ਵਿੱਚ ਬਲੋ ਹੋਲਸ ਹੁੰਦੇ ਨੇ। ਸੈਕਿੰਡ ਆਪਾਂ ਅੱਜ ਮੈਥਡ ਜਿਹੜਾ ਕਰ ਰਹੇ ਹਾਂ ਕਿ ਜਿਹੜਾ ਪਿਗ ਆਇਰਨ ਹੈ ਉਹਨੂੰ ਕਨਵਰਟ ਕਰਨਾ ਆਪਾਂ ਨੇ ਸਟੀਲ ਦੇ ਵਿੱਚ, ਉਹ ਆਪਣੇ ਕੋਲ ਹੈਗਾ ਓਪਨ ਹਰਥ ਫਰਨੈਸ। ਇਹ ਬਹੁਤ ਜ਼ਿਆਦਾ ਵੱਡੀ ਫਰਨੈਸ ਹੁੰਦੀ ਹੈ। ਇਹਦੇ ਵਿੱਚ ਜਿਹੜੀ ਸਟੀਲ ਹੈ ਉਹ ਆਪਾਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਪ੍ਰੋਡਿਊਸ ਕਰ ਸਕਦੇ ਹਾਂ। ਦ ਫਰਨੈਸ ਇਜ਼ ਬਿਲਟ ਆਫ ਸਟੀਲ ਪਲੇਟਸ ਐਂਡ ਇਜ਼ ਥਿਕਲੀ ਲਾਈਨਡ ਵਿਦ ਫਾਇਰ ਬ੍ਰਿਕਸ। ਆ ਦੇਖੋ ਬੇਟਾ, ਸਾਰੀਆਂ ਆਪ ਨੂੰ ਬ੍ਰਿਕਸ ਦਿਖਾ ਰਿਹਾ, ਫਾਇਰ ਬ੍ਰਿਕਸ ਨੇ। ਆ ਸਾਰੀਆਂ ਬ੍ਰਿਕਸ ਨੇ ਇਹਦੇ ਵਿੱਚ, ਆ ਸਾਰੀਆਂ ਬ੍ਰਿਕਸ ਨੇ। ਇਹ ਆਪਣੇ ਕੋਲੇ ਚਾਰਜਿੰਗ ਡੋਰ ਹੈ, ਇਹ ਆਇਲ ਬਰਨਰ ਹੈ, ਇਹ ਚੈਕਰ ਚੈਂਬਰ ਹੈ, ਚੈਕਰ ਚੈਂਬਰ 2 ਹੈ। ਇੱਥੋਂ ਆਪਾਂ 에ਅਰ ਨੂੰ ਭੇਜਿਆ, ਇਹ ਵਲਵ ਹੈ, ਇਹਦੇ ਵਿੱਚ ਆਪਾਂ ਹੌਟ ਜਿਹੜੀਆਂ ਫਲੂ ਗੈਸਸ ਬਾਹਰ ਜਾ ਰਹੀਆਂ ਨੇ ਉਹਨਾਂ ਨੂੰ ਯੂਜ਼ ਕਰਦੇ ਆ ਇਹਦਾ ਟੈਂਪਰੇਚਰ ਨੂੰ ਇਨਕਰੀਜ਼ ਕਰਨ ਦੇ ਲਈ। ਜੇ ਆਪਾਂ ਗਰਮ ਹਵਾ ਸਪਲਾਈ ਕਰਾਂਗੇ ਤਾਂ ਜਿਹੜਾ ਪ੍ਰੋਸੈਸ ਹੈ ਆਪਣਾ ਫਾਸਟ ਹੋਏਗਾ। ਜੇ ਆਪਾਂ ਕੋਲਡ ਏਅਰ ਸਪਲਾਈ ਕਰਾਂਗੇ ਤਾਂ ਇਹਨੂੰ ਟਾਈਮ ਲੱਗੇਗਾ। The furnace is built of steel plates and is thickly lined with fire bricks containing much silica. The furnace is heated by producer gas to attain high temperature. ਜਿਹੜੀ ਰਿਚ ਇਨ ਕਾਰਬਨ ਕੰਟੈਂਟ ਆ ਆਪਾਂ ਪ੍ਰੋਡਿਊਸਰ ਗੈਸ ਕਹਿੰਦੇ ਆ, ਉਹਨੂੰ ਫਰਨੈਸ ਦੇ ਵਿੱਚ ਆਪਾਂ ਉਹਨੂੰ ਭੇਜਿਆ ਤਾਂ ਕਿ ਹਾਈ ਟੈਂਪਰੇਚਰ ਦੇ ਤੱਕ ਉਹਨੂੰ ਆਪਾਂ ਟੈਂਪਰੇਚਰ ਉਹਦਾ ਇਨਕਰੀਜ਼ ਕਰ ਸਕੀਏ। ਇਹ ਆਪਣੇ ਕੋਲੇ ਉਹ ਪ੍ਰੋਸੈਸ ਹੈ, ਇਹ ਚੈਕਰ 1 ਹੈ, ਇਹ ਚੈਕਰ 2 ਹੈ। ਆਪਣੇ ਕੋਲੇ ਚਾਰਜ ਕੀ ਹੈ, ਆਪਾਂ ਪਿਗ ਆਇਰਨ ਲਿੱਤੀ ਫਰੋਮ ਬਲਾਸਟ ਫਰਨੈਸ ਤੋਂ ਮੋਟਰ ਸਟੇਟ ਦੇ ਵਿੱਚ, ਉਹਦੇ ਵਿੱਚ ਕੀ ਸਕ੍ਰੈਪ ਨੂੰ ਐਡ ਕੀਤਾ, ਲਾਈਮਸਟੋਨ ਨੂੰ ਐਡ ਕੀਤਾ ਤੇ ਹੈਮਾਟਾਈਟ ਨੂੰ ਜਿਹੜੀ ਆਇਰਨ ਦੀ ਓਰ ਹੈ ਉਹਨੂੰ ਉਹਦੇ ਵਿੱਚ ਐਡ ਕੀਤਾ। ਇਟ ਵਰਕਸ ਐਜ਼ ਹੀਟਿੰਗ ਆਫ ਬ੍ਰਿਕਸ ਬਾਏ ਆਊਟ ਗੋਇੰਗ ਹੌਟ ਫਲੂ ਗੈਸਸ। ਕਿਉਂਕਿ ਆਪਣੇ ਕੋਲ ਏਅਰ ਇੱਧਰ ਆ ਰਹੀ ਹੈ, ਇਸ ਤੋਂ ਇੱਧਰ ਨੂੰ ਜਾ ਰਹੀ ਹੈ। ਪਹਿਲਾਂ ਆਪਾਂ ਇਸ ਪੋਰਸ਼ਨ ਨੂੰ ਯੂਜ਼ ਕਰਦੇ ਹਾਂ। ਇਹ ਆਪਣੇ ਕੋਲ ਚਾਰਜਿੰਗ ਡੋਰ ਹੈ, ਚਾਰਜਿੰਗ ਡੋਰਸ ਨੂੰ ਆਪਾਂ ਖੋਲ ਕੇ ਇਹਦੇ ਵਿੱਚ ਮਟੀਰੀਅਲ ਨੂੰ ਫੀਡ ਕਰ ਦਿੰਦੇ ਹਾਂ। ਆਪਣੇ ਕੋਲ ਮੋਟਰ ਮੈਟਲ ਹੈ, ਆ ਟੈਪ ਹੋਲ ਹੈ। ਜਦੋਂ ਆਪਾਂ ਇਹਦਾ ਫਰਨੈਸ ਦਾ ਟੈਂਪਰੇਚਰ ਇਨਕਰੀਜ਼ ਕਰ ਰਹੇ ਹਾਂ ਤਾਂ ਇਨਕਰੀਜ਼ ਕਰਨ ਦੇ ਨਾਲ ਕਿ ਸਾਰਾ ਮਟੀਰੀਅਲ ਵਿੱਚ ਇਹਦੇ ਮੈਲਟ ਹੋ ਗਿਆ। ਮੈਲਟ ਹੋਣ ਤੋਂ ਬਾਅਦ ਟੈਪ ਹੋਲ ਹੈ ਜਿਹੜੀ, ਆ ਆਪਣੇ ਕੋਲੇ ਟੈਪ ਹੋਲ ਹੈ। ਟੈਪ ਹੋਲ ਦੇ ਵਿੱਚੋਂ ਆਪਾਂ ਜਿਹੜੀ ਸਟੀਲ ਹੈ ਉਹਨੂੰ ਆਪਾਂ ਨੇ ਰਿਮੂਵ ਕਰ ਲਿਆ। ਫਸਟ ਆਪਾਂ ਇੱਧਰ ਨੂੰ ਯੂਜ਼ ਕਰ ਰਹੇ ਹਾਂ, ਇੱਧਰੋਂ ਆਪਣੇ ਕੋਲੇ ਜਿਹੜੀਆਂ ਹੌਟ ਗੈਸਸ ਨੇ ਬਾਹਰ ਆ ਰਹੀਆਂ ਨੇ। ਇਹਦੇ ਵਿੱਚੋਂ ਆਪਾਂ ਸਾਰੀਆਂ ਜਿਹੜੀਆਂ ਹੌਟ ਗੈਸਸ ਨੂੰ ਬਾਹਰ ਨਹੀਂ ਚਿਮਨੀ ਦੇ ਵਿੱਚ ਦੀ ਭੇਜਦੇ, ਕੁਝ ਗੈਸਸ ਨੂੰ ਏਅਰ ਦੇ ਨਾਲ ਮਿਕਸ ਕਰਕੇ ਫਿਰ ਇੱਧਰ ਭੇਜ ਦਿੰਦੇ ਹਾਂ ਅਤੇ ਆਪਾਂ ਰੀਜਨਰੇਟਿਵ ਸੈਟਰ ਯੂਜ਼ ਕਰਦੇ ਹਾਂ। ਅਤੇ ਫਿਰ ਆਪਾਂ ਕੁਛ ਟਾਈਮ ਬਾਅਦ ਜਦੋਂ ਇਹਦਾ ਟੈਂਪਰੇਚਰ ਜ਼ਿਆਦਾ ਇਨਕਰੀਜ਼ ਕਰ ਜਾਂਦਾ ਤਾਂ ਆਪਾਂ ਇੱਧਰ ਨੂੰ ਜਿਹੜੀ ਏਅਰ ਹੈ ਉਹ ਇਸ ਡਾਇਰੈਕਸ਼ਨ 'ਤੇ ਭੇਜਣੀ ਸ਼ੁਰੂ ਕਰ ਦਿੰਦੇ ਹਾਂ ਅਤੇ ਇੱਧਰੋਂ ਜਿਹੜੀਆਂ ਹੌਟ ਗੈਸਸ ਨੇ ਬਾਹਰ ਜਾਣੀਆਂ ਸ਼ੁਰੂ ਕਰ ਦਿੰਦੀਆਂ ਨੇ। ਇੱਥੋਂ ਆਪਾਂ ਫਰੈਸ਼ ਏਅਰ ਭੇਜਦੇ ਹਾਂ ਅਤੇ ਇੱਥੋਂ ਹੌਟ ਗੈਸਸ ਬਾਹਰ ਜਾਂਦੀਆਂ ਨੇ। ਇਹਨੂੰ ਆਪਾਂ ਰੀਜਨਰੇਟਿਵ, ਕਦੇ ਇਸ ਪੋਰਸ਼ਨ ਨੂੰ ਯੂਜ਼ ਕਰਦੇ ਹਾਂ ਚੈਂਬਰ ਨੂੰ, ਕਦੇ ਆਪਾਂ ਇਸ ਚੈਂਬਰ ਨੂੰ ਯੂਜ਼ ਕਰਦੇ ਹਾਂ। ਪ੍ਰੋਡਿਊਸਰ ਗੈਸ ਐਂਡ ਦ ਏਅਰ ਆਰ ਪ੍ਰੀ ਹੀਟਡ ਐਂਡ ਅਲਾਉਡ ਟੂ ਐਂਟਰ ਦ ਫਰਨੈਸ। ਤੁਹਾਡੇ ਜਿੰਨੀ ਜ਼ਿਆਦਾ ਆਪਾਂ ਗਰਮ ਹਵਾ ਅੰਦਰ ਭੇਜਾਂਗੇ ਓਨੀ ਹੀ ਜ਼ਿਆਦਾ ਉਹ ਪ੍ਰੋਸੈਸ ਫਾਸਟ ਹੋਏਗਾ, ਟੈਂਪਰੇਚਰ ਜ਼ਿਆਦਾ ਇਨਕਰੀਜ਼ ਕਰੇਗਾ ਅਤੇ ਜਿਹੜੀ ਸਟੀਲ ਹੈ ਉਹਦੀ ਪ੍ਰੋਡਕਸ਼ਨ ਫਾਸਟ ਹੋਏਗੀ। ਜਦੋਂ ਪ੍ਰੋਡਕਸ਼ਨ ਫਾਸਟ ਹੋਏਗੀ ਤਾਂ ਸਾਡਾ ਜਿਹੜੀ ਆਪਾਂ ਫਰਨੈਸ ਯੂਜ਼ ਕਰ ਰਹੇ ਹਾਂ ਉਨੀ ਆਪਾਂ ਜ਼ਿਆਦਾ ਕੁਆਂਟਿਟੀ ਦੇ ਵਿੱਚ ਸਟੀਲ ਨੂੰ ਪ੍ਰੋਡਿਊਸ ਕਰ ਸਕਦੇ ਹਾਂ। Producer gas and the air are preheated and allowed to enter the furnace through a checker of hot fire bricks. A hot fire bricks ਦਾ ਆਪਣੇ ਕੋਲੇ ਚੈਂਬਰ ਹੈ, ਇਹਦੇ ਵਿੱਚੋਂ ਆਪਾਂ ਉਹਨੂੰ ਭੇਜ ਰਹੇ ਹਾਂ।
after a definite interval when the second chamber work of fire brick is heated up sufficiently and first is cooled। ਕਿ ਰੀਜਨਰੇਟਿਵ ਕਦੇ ਆਪਾਂ ਇਸ ਪੋਰਸ਼ਨ ਚੋਂ ਇੱਧਰ ਨੂੰ ਭੇਜਦੇ ਹੌਟ ਗੈਸਸ ਬਾਹਰ ਆ ਰਹੀਆਂ ਨੇ ਤੇ ਕੁਝ ਟਾਈਮ ਬਾਅਦ ਆਪਾਂ 에ਅਰ ਇੱਧਰ ਨੂੰ ਭੇਜਣੀ ਸ਼ੁਰੂ ਕਰ ਦਿੰਦੇ ਆ ਤੇ ਇਸ ਦੇ ਵਿੱਚ ਉਹ ਆਪਣੀਆਂ ਹੌਟ ਗੈਸਸ ਬਾਹਰ ਆਉਣੀਆਂ ਸ਼ੁਰੂ ਕਰ ਦਿੰਦੇ ਨੇ। The regenerative system of heating, no extra fuel is required and the process becomes quite economical। ਇਹਦੇ ਨਾਲ ਆਪਾਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਸਟੀਲ ਪ੍ਰੋਡਿਊਸ ਕਰ ਸਕਦੇ ਆ ਤੇ ਸਸਤੀ ਪ੍ਰੋਡਿਊਸ ਕਰ ਸਕਦੇ ਆ, ਪ੍ਰੋਸੈਸ ਦੀ ਕਾਸਟ ਕੱਢ ਸਕਦੇ ਆ। ਅੱਜ ਕੰਪੀਟੀਟਿਵ ਦੇਖੋ ਏਜ ਹੈ, ਹਰ ਇੱਕ ਜਿਹੜੀ ਮਟੀਰੀਅਲ ਦੀ ਕਾਸਟ ਹੈ ਉਹ ਕਾਊਂਟ ਕਰਦੀ ਹੈ। ਅੱਜ ਮੈਂ ਤੁਹਾਨੂੰ ਦੋ ਮੈਥਡ ਕਰਾ ਰਿਹਾ ਕਿ ਆਇਰਨ ਨੂੰ ਸਟੀਲ ਦੇ ਵਿੱਚ ਕਨਵਰਟ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਪਿਗ ਆਇਰਨ ਯੂਜ਼ ਕੀਤਾ, ਉਹਨੂੰ ਆਪਾਂ ਨੇ ਬੈਸਮੈਂਟ ਕਨਵਰਟਰ ਦੇ ਵਿੱਚ ਮੋਟਰ ਸਟੇਟ ਦੇ ਵਿੱਚ ਭੇਜਿਆ, ਉਹਦੇ 'ਚ ਆਪਾਂ ਨੇ 에ਅਰ ਫੀਡ ਕੀਤੀ ਆਕਸੀਡੇਸ਼ਨ ਪ੍ਰੋਸੈਸ ਦੇ ਨਾਲ, ਜੇ ਸਾਰੀਆਂ ਆਪਾਂ ਇੰਪਿਓਰਿਟੀਜ਼ ਨੂੰ ਰਿਮੂਵ ਕਰਕੇ ਉਹਨੂੰ ਸਟੀਲ ਦੇ ਵਿੱਚ ਕਨਵਰਟ ਕਰਤਾ। ਸੈਕੰਡ ਆਪਾਂ ਯੂਜ਼ ਕੀਤਾ ਓਪਨ ਪ੍ਰੋਸੈਸ, ਇਹਦੇ ਵਿੱਚ ਵੀ ਆਪਾਂ ਜਿਹੜੀ ਪਿਗ ਆਇਰਨ ਹੈ ਬਲਾਸਟ ਫਰਨਸ ਤੋਂ ਲੈਣੀ ਹੈ ਤੇ ਉਹਦੇ ਵਿੱਚ ਆਪਾਂ ਨੇ ਇੰਪਿਓਰਿਟੀਜ਼ ਨੇ ਜਿਹੜੀਆਂ ਸਟੀਲ ਸਕ੍ਰੈਪ ਹੈ ਆਪਣੇ ਕੋਲੇ, ਲਾਈਮਸਟੋਨ ਹੈ, ਹੈਮਾਟਾਈਟ ਇਹਦੇ ਵਿੱਚ ਐਡ ਕਰ ਦੇਣੀਆਂ ਨੇ ਤੇ ਇਹਦੇ ਵਿੱਚ ਆਪਾਂ ਜ਼ਿਆਦਾ ਟੈਂਪਰੇਚਰ ਇਨਕਰੀਜ਼ ਕਰ ਸਕਦੇ ਹਾਂ ਤੇ ਜ਼ਿਆਦਾ ਕੁਆਂਟੀਟੀ ਬਲਕ ਕੁਆਂਟੀਟੀ ਦੇ ਵਿੱਚ ਸਟੀਲ ਨੂੰ ਪ੍ਰੋਡਿਊਸ ਕਰ ਸਕਦੇ ਹਾਂ ਤੇ ਪ੍ਰੋਸੈਸ ਦੀ ਆਪਣੇ ਕੋਲੇ ਕਾਸਟ ਘੱਟ ਹੈ। ਤੇ ਕੋਈ ਤੁਹਾਨੂੰ ਮੈਂ ਕੱਲ ਵੀ ਕਿਹਾ ਸੀਗਾ ਕਿ ਤੁਹਾਨੂੰ ਆਇਰਨ ਪ੍ਰੋਡਕਸ਼ਨ ਮੈਥਡ ਦੇ ਵਿੱਚ ਪੇਪਰ 10 ਨੰਬਰ ਦੇ ਕੁਐਸਚਨ ਆ ਜਾਂਦਾ ਹੁੰਦਾ, ਪ੍ਰੋਬੇਬਿਲਿਟੀ ਹੁੰਦੀ ਹੈ ਕਿ ਇੱਕ ਜਿਸ ਤਰ੍ਹਾਂ ਬਲਾਸਟ ਫਰਨੈਸ ਕਪਲਾ ਜਾਂ ਪੜਲਕ ਚ ਆ ਜਾਂਦਾ ਹੁੰਦਾ, ਇਸੇ ਤਰ੍ਹਾਂ ਹੀ ਤੁਹਾਨੂੰ ਸਟੀਲ ਦੇ ਮੈਨੂਫੈਕਚਰਿੰਗ ਮੈਥਡ ਅੱਜ ਆਪਾਂ ਦੋ ਕੀਤੇ ਨੇ, ਅਗਲੀ ਵੀਡੀਓ 'ਚ ਆਪਾਂ ਅਗਲੇ ਪੋਸਟ ਕਰਾਂਗੇ। ਇਹਦੇ ਵਿੱਚੋਂ ਤੁਸੀਂ ਸਾਰੀਆਂ ਫਿਗਰਸ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਤੇ ਇਹਨਾਂ ਨੂੰ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਸਾਰਾ ਪੜ੍ਹ ਕੇ ਅੱਛੀ ਤਰ੍ਹਾਂ ਇਹਨੂੰ ਲਿਖਣਾ। ਥੈਂਕ ਯੂ ਬੇਟੇ।